ਧੰਨਵਾਦ ਜੀ। ਦੋ ਪਲ ਪ੍ਰੋਗਰਾਮ ਦੇਖਣ ਵਾਲੇ ਸੁਣਨ ਵਾਲੇ ਸਾਰੇ ਦੋਸਤ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਤੁਹਾਨੂੰ ਕਰਮਜੀਤ ਕੌਰ ਮੁਕਤਸਰ ਦਾ ਇੱਕ ਜੀਵਨ ਵਿੱਚ ਯਾਦਾਂ ਜੋ ਜੀਵਨ ਬਿਰਤਾਂਤ ਕਹਿ ਲਈਏ, ਜੀਵਨ ਦੀਆਂ ਯਾਦਾਂ, ਜ਼ਿੰਦਗੀ ਦੀਆਂ ਯਾਦਾਂ, ਸੁੰਨਾ ਵਿਹੜਾ, ਇਹ ਕਰਮਜੀਤ ਕੌਰ ਮੁਕਤਸਰ ਜੀ ਦਾ ਲਿਖਿਆ ਹੈ। ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਆਸਾ ਚੰਗਾ ਲੱਗੂਗਾ। ਐਤਕੀ ਬੱਚਿਆਂ ਨੂੰ ਸਕੂਲੋਂ ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਆਪਣੇ ਨਾਨਕੇ ਪਿੰਡ ਮਿਲਣ ਚਲੀ ਗਈ। ਉਸ ਦਿਨ ਅੱਤ ਦੀ ਗਰਮੀ ਸੀ। ਸੂਰਜ ਡੁੱਬਣ ਤੋਂ ਬਾਅਦ ਤਪਸ਼ ਥੋੜ੍ਹੀ ਘੱਟ ਹੋਈ। ਮੈਂ ਖੁੱਲ੍ਹੀ ਹਵਾ 'ਚ ਸਾਹ ਲੈਣ ਲਈ ਛੱਤ 'ਤੇ ਜਾ ਚੜ੍ਹੀ। ਪਿੰਡ ਦੇ ਚੁਫੇਰੇ ਵੱਲ ਝਾਤ ਮਾਰੀ ਤਾਂ ਮੇਰੇ ਸਾਹਮਣੇ ਕੁਝ ਵਿੱਥ ਦੀ ਦੂਰੀ 'ਤੇ ਖਾਲੀ ਪਏ ਘਰ 'ਤੇ ਮੇਰੀ ਨਜ਼ਰ ਜਾ ਟਿਕੀ। ਉਸ ਘਰ ਦੇ ਵਿਹੜੇ ਵਿੱਚ ਸਿਰਫ ਘਾਹ ਹੀ ਘਾਹ ਦਿਖਾਈ ਦੇ ਰਿਹਾ ਸੀ। ਦੇਖਣ ਸਾਰ ਹੀ ਮੇਰੀਆਂ ਕੁਝ ਯਾਦਾਂ ਤਾਜ਼ੀਆਂ ਹੋ ਗਈਆਂ। ਇਹ ਗੱਲ ਉਦੋਂ ਦੀ ਹੈ ਜਦੋਂ ਮੈਂ 9ਵੀਂ ਜਮਾਤ ਵਿੱਚ ਪਿੰਡ ਵੈਰਗੋ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੀ। ਗਰਮੀਆਂ ਦੇ ਦਿਨ ਸਨ। ਇੱਕ ਦਿਨ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਮੈਂ ਘਰ ਪਰਤੀ। ਚਾਹ ਪਾਣੀ ਪੀਣ ਤੋਂ ਬਾਅਦ ਮੈਂ ਸਰਨਜੀਤ ਮਾਮੀ ਦੇ ਘਰ ਪਹੁੰਚੀ, ਕਿਉਂਕਿ ਉਹਨਾਂ ਦੇ ਘਰ ਵਿੱਚ ਮੇਰੇ ਨਾਨੀ ਜੀ, ਮਾਸੀ ਜੀ ਅਤੇ ਗੁਆਂਢ ਦੀਆਂ 3-4 ਔਰਤਾਂ ਖੱਦਰ ਬੁਣਨ ਲਈ ਤਾਣਾ ਤਣ ਰਹੀਆਂ ਸਨ। ਮੈਂ ਸਰਨਜੀਤ ਮਾਮੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਉਹਨਾਂ ਦੇ ਕੋਲ ਮੰਜੇ 'ਤੇ ਬੈਠ ਗਈ। ਉਹ ਕੋਈ ਸਵੈਟਰ ਕੋਟੀ ਬੁਣ ਰਹੇ ਸਨ। ਆਪਣੀ ਸੋਝੀ 'ਚ ਮੈਂ ਮਸਾਂ 1-2 ਵਾਰ ਹੀ ਉਹਨਾਂ ਦੇ ਘਰ ਗਈ ਹੋਵਾਂਗੀ। ਉਹਨਾਂ ਨੇ ਮੈਨੂੰ ਪਾਣੀ ਪੁੱਛਿਆ ਅਤੇ ਫਿਰ ਮੱਲੋ ਮੱਲੀ ਠੰਡੇ ਸ਼ਰਬਤ ਦਾ ਗਲਾਸ ਮੇਰੇ ਹੱਥ ਫੜਾ ਦਿੱਤਾ। ਅੱਜ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ, ਨਹੀਂ ਤਾਂ ਅਕਸਰ ਲੰਘਦਿਆਂ ਟੱਪਦਿਆਂ ਮੈਂ ਉਹਨਾਂ ਨੂੰ ਸਿਰਫ ਉਦਾਸ ਚਿਹਰੇ ਵਿੱਚ ਹੀ ਵੇਖਿਆ ਸੀ। ਉਹਨਾਂ ਨੇ ਹਲਕਾ ਜਿਹਾ ਮੁਸਕਰਾਉਂਦੇ ਹੋਏ ਕਿਹਾ, ਸ਼ੁਕਰ ਹੈ ਰੱਬ ਦਾ ਅੱਜ ਮੇਰੇ ਵਿਹੜੇ ਦੀ ਰੌਣਕ ਸ਼ੁਕਰ ਹੈ ਰੱਬ ਦਾ ਅੱਜ ਮੇਰੇ ਵਿਹੜੇ ਵੀ ਰੌਣਕਾਂ ਲੱਗੀਆਂ। ਇੰਨਾ ਕਹਿ ਉਹਨਾਂ ਨੇ ਆਪਣੇ ਅਤੀਤ ਦੇ ਪੰਨਿਆਂ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਇੱਕ ਠੰਡਾ ਹੌਂਕਾ ਲੈਂਦਿਆਂ ਉਹ ਬੋਲੀ, ਮੈਂ ਬਸ ਤੇਰੇ ਕੁਝ ਜਿੱਡੀ ਸੀ ਜਦੋਂ ਮੇਰੇ ਪਾਪਾ ਫੌਜ ਵਿੱਚ ਸੂਬੇਦਾਰ ਦੀ ਨੌਕਰੀ 'ਤੇ ਸੇਵਾ ਮੁਕਤ ਹੋਏ ਸਨ। ਉਦੋਂ ਅਸੀਂ ਸਾਰਾ ਪਰਿਵਾਰ ਆਪਣੇ ਪਿੰਡ ਵਾਪਸ ਆਏ। ਅਸੀਂ 5 ਭੈਣਾਂ ਹੀ ਸੀ ਅਤੇ ਮੈਂ ਸਾਰਿਆਂ ਨਾਲੋਂ ਵੱਡੀ ਸੀ। ਉਸ ਵਕਤ ਮੈਂ ਪਹਿਲੀ ਵਾਰ ਆਪਣੀ ਸੁਰਤ ਚੰਗੀ ਤਰ੍ਹਾਂ ਆਪਣੇ ਪਿੰਡ ਨੂੰ ਦੇਖਿਆ ਸੀ। ਉਸ ਵੇਲੇ ਨਾ ਉੱਥੇ ਕੋਈ ਪੀਣ ਵਾਲਾ ਪਾਣੀ, ਨਾ ਬਿਜਲੀ। ਸਕੂਲ ਕਾਲਜ ਤਾਂ ਹੋਣਾ ਹੀ ਕੀ ਸੀ। ਮੁੱਕਦੀ ਗੱਲ, ਰਹਿਣ ਸਹਿਣ ਦੀ ਕੋਈ ਸੁੱਖ ਸੁਵਿਧਾ ਨਹੀਂ ਸੀ। ਮੈਂ ਪਾਪਾ ਨੂੰ ਬਹੁਤ ਕਿਹਾ ਕਿ ਆਪਾਂ ਕਿਸੇ ਸ਼ਹਿਰ ਵਿੱਚ ਘਰ ਬਣਾਈਏ ਤਾਂ ਜੋ ਸਾਨੂੰ ਪੜ੍ਹਨ ਲਿਖਣ ਵਿੱਚ ਸੌਖ ਹੋਵੇ। ਨਾਲੇ ਸਾਡੇ ਇੱਥੇ ਕਿਸੇ ਦਾ ਜੀਅ ਨਹੀਂ ਲੱਗਦਾ। ਜੀਅ ਵੀ ਕਿਵੇਂ ਲੱਗਦਾ ਜਦੋਂ ਪਹਿਲਾਂ ਕਦੇ ਪਿੰਡ ਦੇਖਿਆ ਹੀ ਨਹੀਂ ਸੀ। ਸਾਡੀਆਂ ਤਾਂ ਅੱਖਾਂ ਵੀ ਉਹਨਾਂ ਹਸੀਨ ਵਾਦੀਆਂ ਵਿੱਚ ਖੁੱਲ੍ਹੀਆਂ ਸਨ। ਮੰਮੀ ਨੇ ਵੀ ਪਾਪਾ ਨੂੰ ਕਿਹਾ ਕਿ ਬੱਚਿਆਂ ਦਾ ਪਿੰਡ ਆ ਕੇ ਦਿਲ ਨਹੀਂ ਲੱਗਿਆ, ਤੁਸੀਂ ਸੋਚ ਸਮਝ ਕੇ ਹਰ ਫੈਸਲਾ ਲਿਓ। ਪਰ ਮੇਰੇ ਚਾਚੇ ਤਾਇਆਂ ਨੇ ਪਾਪਾ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖ ਸੂਬੇਦਾਰਾ, ਤੂੰ 5 ਧੀਆਂ ਦਾ ਬਾਪ ਹੈ, ਹੁਣ ਤੂੰ ਇਹਨਾਂ ਦੇ ਵਿਆਹ ਬਾਰੇ ਸੋਚਣਾ ਸ਼ੁਰੂ ਕਰ। ਵੱਡੀ ਦਾ ਵਿਆਹ ਕਰ ਦੇ। ਜੇਕਰ ਧੀ ਦੇ ਘਰ ਰੱਬ ਨੇ ਪੁੱਤ ਦੀ ਦਾਸਤ ਬਖਸ਼ੀ ਤਾਂ ਤੁਸੀਂ ਦੋਹਤੇ ਨੂੰ ਆਪਣਾ ਪੁੱਤ ਬਣਾ ਕੇ ਪਾਲ ਲਿਓ। ਨਾਲੇ ਤੇਰੀ ਜ਼ਮੀਨ ਜਾਇਦਾਦ ਤੇ ਬੇਗਾਨੇ ਪੁੱਤ ਝਾਕ ਨਾ ਰੱਖਣਗੇ। ਅੱਗੇ ਤੇਰੀ ਮਰਜ਼ੀ ਸੂਬੇਦਾਰਾ। ਮੇਰੇ ਮਾਂ-ਬਾਪ ਦੇ ਇਹ ਗੱਲ ਘਰ ਕਰ ਗਈ ਸੀ। ਮਾਂ ਨੇ ਉਦੋਂ ਹੀ ਮੇਰੀਆਂ
ਦਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਵੀ ਸਿੱਖਣ ਲਈ ਮਜਬੂਰ ਕੀਤਾ ਗਿਆ। ਮੈਂ ਬਥੇਰਾ ਰੌਲਾ ਪਾਇਆ ਕਿ ਮੈਂ ਅੱਗੇ ਕਾਲਜ ਪੜ੍ਹਨਾ ਚਾਹੁੰਦੀ ਹਾਂ, ਪਰ ਮੇਰੀ ਇੱਕ ਨਾ ਸੁਣੀ। ਕੁਝ ਦਿਨਾਂ ਬਾਅਦ ਤਾਏ ਦੀ ਧੀ ਆਪਣੇ ਦਿਓਰ ਦਾ ਰਿਸ਼ਤਾ ਮੇਰੇ ਲਈ ਲੈ ਕੇ ਆ ਗਈ। ਕਹਿੰਦੇ ਕਿ ਮੁੰਡਾ 10 ਜਮਾਤਾਂ ਪੜ੍ਹਿਆ ਹੋਇਆ ਹੈ, ਨੌਕਰੀ ਮਿਲ ਜਾਵੇਗੀ। ਖੈਰ, ਮੇਰਾ ਵਿਆਹ ਹੋ ਗਿਆ। ਵਿਆਹ ਤੋਂ 3-4 ਮਹੀਨਿਆਂ ਬਾਅਦ ਮੈਨੂੰ ਪਤਾ ਲੱਗਿਆ ਕਿ ਸੰਤਾ ਅੱਤ ਦਾ ਨਸ਼ੇੜੀ ਹੈ ਤੇ ਉਹ 7ਵੀਂ ਫੇਲ ਹੈ। ਉਸ ਦੇ ਨਾਲ ਦੇ ਕਮਰੇ ਵਿੱਚ ਘੂਕ ਸੁੱਤੇ ਆਪਣੇ ਘਰ ਵਾਲੇ ਵੱਲ ਇਸ਼ਾਰਾ ਕਰਦਿਆਂ ਕਿਹਾ, ਬਸ ਫਿਰ ਵਿਆਹ ਤੋਂ ਬਾਅਦ ਜਲਦੀ ਹੀ ਸਾਨੂੰ ਅੱਡ ਕਰ ਦਿੱਤਾ। ਸੰਤਾ ਕੋਈ ਕੰਮ ਵੀ ਨਹੀਂ ਸੀ ਕਰਦਾ। ਐਡੇ ਵੱਡੇ ਟੱਬਰ ਵਿੱਚ ਸਾਨੂੰ ਵੰਡਿਆ ਵੀ ਕੀ ਆਉਣਾ ਸੀ। ਵੰਡੀ ਆਈ ਇੱਕ ਮਿੱਟੀ ਦੀ ਮੁੱਠ ਜ਼ਮੀਨ, ਇੱਕ ਕੱਚਾ ਕੋਠਾ ਤੇ 2-4 ਵਰਤੋਂਯੋਗ ਭਾਂਡੇ। ਦੁੱਧ ਪੀਣ ਨੂੰ ਗਾਂ ਮੇਰੇ ਮਾਂ ਬਾਪ ਛੱਡ ਗਏ। ਘਰ ਦਾ ਕੂੜਾ ਸੁੱਟਣ ਲਈ ਮੇਰੇ ਕੋਲ ਕੋਈ ਬੱਠਲ ਵੀ ਨਹੀਂ ਸੀ। ਕੂੜਾ ਮੈਂ ਪੱਲੀ 'ਤੇ ਪਾ ਕੇ ਸੁੱਟਦੀ ਹੁੰਦੀ ਸੀ। ਇੰਨੇ ਬੁਰੇ ਹਾਲਾਤ 'ਚ ਉੱਪਰੋਂ ਮੇਰੀ ਕੁੱਖ ਵਿੱਚ ਬਿੱਟੂ ਪਲ ਰਿਹਾ ਸੀ। ਇਹ ਸਦਮਾ ਮੇਰੇ ਤੋਂ ਸਹਾਰ ਨਾ ਹੋਇਆ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਮੇਰਾ ਸਹੁਰਾ ਪਰਿਵਾਰ ਮੈਨੂੰ ਨਫ਼ਰਤ ਕਰਨ ਲੱਗਾ। ਮੇਰੇ ਮਾਂ-ਬਾਪ ਨੂੰ ਤਾਨੇ ਮਿਹਣੇ ਦੇਣ ਲੱਗੇ। ਮੇਰੇ ਮਾਂ-ਬਾਪ ਮੈਨੂੰ ਕੁਝ ਦਿਨਾਂ ਲਈ ਆਪਣੇ ਘਰ ਲੈ ਗਏ। ਮੇਰੇ ਜਾਣ ਮਗਰੋਂ ਸੰਤੇ ਨੇ ਘਰ ਦੇ 4 ਭਾਂਡੇ ਵੀ ਵੇਚ ਦਿੱਤੇ। ਉਸ ਵੇਲੇ ਤਾਂ ਧੀਏ ਤੂੰ ਅਜੇ ਜੰਮੀ ਵੀ ਨਹੀਂ ਹੋਣੀ, ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੋਣਾ ਹੈ। ਹਾਂ ਮਾਮੀ ਜੀ, ਮੈਂ ਉਹਨਾਂ ਦੀ ਦਰਦ ਭਰੀ ਕਹਾਣੀ ਸੁੰਨ ਹੋਈ ਬੈਠੀ ਨੇ ਸਿਰ ਹਿਲਾ ਕੇ ਉੱਤਰ ਦਿੱਤਾ। ਫਿਰ ਤੇਰਾ ਵੀਰ ਬਿੱਟੂ ਜੰਮਿਆ। ਉਸਦੇ ਜਨਮ ਲੈਂਦਿਆਂ ਸਾਰ ਹੀ ਮੇਰੇ ਮਾਂ ਬਾਪ ਨੇ ਉਸ ਨੂੰ ਆਪਣੀ ਝੋਲੀ ਪਵਾ ਲਿਆ। ਸਭ ਜ਼ਮੀਨ ਜਾਇਦਾਦ ਉਸਦੇ ਨਾਂ ਕਰ ਦਿੱਤੀ। ਮੇਰੀਆਂ ਭੈਣਾਂ ਨੇ ਉਸ ਨੂੰ ਰੱਖੜੀ ਬੰਨ੍ਹੀ। ਬਿੱਟੂ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਮੇਰੀਆਂ ਭੈਣਾਂ ਦੇ ਨਾਲ ਮੈਨੂੰ ਵੀ ਭੈਣ ਕਹਿਣ ਲੱਗਾ। ਇਹ ਕਹਿੰਦਿਆਂ ਉਹ ਹਲਕਾ ਜਿਹਾ ਮੁਸਕਰਾਈ, ਪਰ ਨਾਲ ਹੀ ਆਪਣੀਆਂ ਅੱਖਾਂ ਪੂੰਝਦੀ ਹੋਈ ਬੋਲੀ, ਜਿਸ ਨੂੰ ਜਨਮ ਦਿੱਤਾ ਉਸ ਨੇ ਮੈਨੂੰ ਮਾਂ ਨਾ ਕਿਹਾ, ਹੋਰ ਕੋਈ ਮਾਂ ਆਖਣ ਵਾਲਾ ਨਾ ਆਇਆ। ਭੈਣ ਹੁਣ ਆਪਣੀ ਆਪਣੀ ਜ਼ਿੰਦਗੀ 'ਚ ਰੁੱਝ ਗਈਆਂ। ਬਸ ਮੈਂ ਹੀ ਇਕੱਲੀ ਜਿਹੀ ਰਹਿ ਗਈ। ਮੇਰੇ ਮਨ ਵਿੱਚ ਬੜਾ ਚਾਅ ਸੀ ਕਿ ਘਰ ਦੇ ਇਸ ਸੁੰਨੇ ਵਿਹੜੇ ਵਿੱਚ ਮੇਰੇ ਬੱਚੇ ਖੇਡਦੇ ਹੁੰਦੇ। ਆਪਣੇ ਬੱਚਿਆਂ ਨੂੰ ਮੈਂ ਉਹਨਾਂ ਥਾਵਾਂ 'ਤੇ ਘੁਮਾ ਕੇ ਲਿਆਉਂਦੀ ਜਿੱਥੋਂ ਮੈਂ ਆਪਣੀ ਜ਼ਿੰਦਗੀ ਦੇ ਕਈ ਸਾਲ ਬਤੀਤ ਕੀਤੇ ਸਨ। ਇਹਨਾਂ ਔਰਤਾਂ ਵਾਂਗ ਮੈਂ ਵੀ ਆਪਣੇ ਪਰਿਵਾਰ ਵਿੱਚ ਹੱਸਦੀ ਖੇਡਦੀ ਰਹਿੰਦੀ। ਉਸਨੇ ਤਾਣਾ ਤਣ ਰਹੀਆਂ ਔਰਤਾਂ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ। ਕੁਝ ਪਲ ਚੁੱਪ ਤੋਂ ਬਾਅਦ ਉਹ ਫਿਰ ਬੋਲੀ, ਆਹ ਹੁਣ ਪਾਪਾ ਨੇ ਮੈਨੂੰ ਨਵਾਂ ਘਰ ਪਾ ਕੇ ਦਿੱਤਾ। ਕਹਿੰਦੇ ਆ ਕਿ ਤੇਰੇ ਦੁੱਖ ਦੇਖਿਆ ਨਹੀਂ ਜਾਂਦਾ, ਪਰ ਹੁਣ ਇਸ ਹਮਦਰਦੀ ਦਾ ਕੋਈ ਫਾਇਦਾ ਨਹੀਂ ਜਦੋਂ ਮੇਰੇ ਸੁਪਨੇ ਮੇਰੀਆਂ ਸੱਧਰਾਂ ਦਾ ਮੇਰੇ ਤੋਂ ਖੋਹ ਕੇ ਕਤਲ ਕਰ ਦਿੱਤਾ ਗਿਆ। ਇੰਨਾ ਕਹਿ ਕੇ ਉਸਨੇ ਇੱਕ ਲੰਮਾ ਹੌਂਕਾ ਭਰਿਆ, ਮੈਨੂੰ ਜਾਪਿਆ ਜਿਵੇਂ ਉਹ ਆਪਣੇ ਸਭ ਕੁਝ ਗਵਾ ਬੈਠੀ ਸੀ, ਪਰ ਫਿਰ ਵੀ ਝੂਠੀਆਂ ਜਿਹੀਆਂ ਉਮੀਦਾਂ ਦੇ ਸਹਾਰੇ ਦਿਨ ਕੱਟ ਰਹੀ ਸੀ। ਇੰਨੇ ਨੂੰ ਤਾਣਾ ਤਣਿਆ ਗਿਆ। ਮਾਸੀ ਜੀ ਨੇ ਮੈਨੂੰ ਆਵਾਜ਼ ਦਿੱਤੀ। ਮੈਂ ਸਰਨਜੀਤ ਮਾਮੀ ਨੂੰ ਘੁੱਟ ਕੇ ਗਲਵੱਕੜੀ ਪਾਈ ਤੇ ਘਰ ਜਾਣ ਦੀ ਆਗਿਆ ਮੰਗੀ। ਕਦੇ ਕਦੇ ਆ ਜਾਇਆ ਕਰ ਇਸ ਦੁਖਿਆਰੀ ਕੋਲ, ਇਹ ਭਾਂ ਕਰਦਾ ਵਿਹੜਾ ਮੈਨੂੰ ਵੱਢ ਵੱਢ ਖਾਂਦਾ ਹੈ। ਉਹ ਹੌਲੀ ਜਿਹੀ ਫਿਰ ਬੋਲੀ। ਖੈਰ, ਇਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਹੀ ਸੰਤਾ ਰੱਬ ਨੂੰ ਪਿਆਰਾ ਹੋ ਗਿਆ। ਸਰਨਜੀਤ ਮਾਮੀ ਸਦਾ ਲਈ ਆਪਣੇ
ਇਸ ਘਰ ਨੂੰ ਸੁੰਨਾ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਕੁਝ ਮਿੰਟਾਂ ਵਿੱਚ ਹੀ ਇਸ ਘਰ ਦੀਆਂ ਯਾਦਾਂ ਨੇ ਮੈਨੂੰ ਗਹਿਰੇ ਸਦਮੇ ਵੱਲ ਧਕੇਲ ਦਿੱਤਾ ਸੀ। ਪਰ ਜਿਸ ਇਨਸਾਨ ਨੇ ਇਹਨਾਂ ਸਾਰੇ ਸਦਮਿਆਂ ਨੂੰ ਆਪਣੇ ਪਿੰਡੇ 'ਤੇ ਹਟਾਇਆ ਹੋਵੇ, ਇਹ ਤਾਂ ਉਹੀ ਜਾਣ ਸਕਦਾ ਹੈ ਜਿਸ ਨਾਲ ਬੀਤੀ ਹੋਵੇ। ਬਹੁਤ ਵਧੀਆ ਇੱਕ ਯਾਦ ਕਰਮਜੀਤ ਕੌਰ ਮੁਕਤਸਰ ਜੀ ਨੇ ਲਿਖੀ। ਬਹੁਤ ਵਧੀਆ ਇੱਕ ਕਿਸੇ ਔਰਤ ਦੇ ਦਰਦ ਨੂੰ ਆਪਣੇ ਹੱਥੋਂ ਮਜਬੂਰ ਹੋਈ ਇਸ ਨੂੰ ਬਿਆਨ ਕੀਤਾ। ਬਹੁਤ ਬਹੁਤ ਧੰਨਵਾਦ ਜੀ। ਹੋਰ ਵਿਸ਼ੇ ਨਾਲ ਮਿਲਾਂਗੇ।